ਕੰਟੀਨਿਊ ਕਰਦੇ ਹਾਂ ਜੀ। ਬਦਲਦਾ ਵਾਤਾਵਰਨ 12,000 ਸਾਲ ਪਹਿਲਾਂ ਨਾ ਹੁਣ ਕਲਾਈਮੇਟ ਵਿੱਚ ਚੇਂਜਸ ਆਉਣ ਲੱਗ ਗਈਆਂ ਸੀਗੀਆਂ। ਪਹਿਲਾਂ ਆਈਸ ਏਜ ਵਗੈਰਾ ਹੁੰਦੀ ਸੀ, ਬਰਫਾਂ ਜ਼ਿਆਦਾ ਜੰਮੀਆਂ ਸੀਗੀਆਂ ਅਤੇ ਹੁਣ ਕੀ ਆ, ਗਰਮੀ ਹੋਣ ਲੱਗ ਗਈ। ਤਾਂ ਇਸ ਗਰਮੀ ਨੇ ਬਰਫਾਂ ਨੂੰ ਪਿਘਲਾਇਆ ਤਾਂ ਜਿਹੜੀ ਥੱਲੜ ਵਾਲੀ ਜ਼ਮੀਨ ਸੀ ਉਹ ਉੱਪਰ ਆਈ ਤਾਂ ਕਹਿਣ ਦਾ ਮਤਲਬ ਬਰਫ ਪਿਘਲ ਗਈ ਤਾਂ ਸਾਨੂੰ ਜ਼ਮੀਨ ਦੀ ਸਤਹ ਜ਼ਿਆਦਾ ਮਿਲੀਆਂ। ਹੁਣ ਇੱਥੇ ਕੀ ਆ, ਅਨਾਜ ਕੋਈ ਡਿੱਗਦਾ ਸੀ ਤਾਂ ਉੱਥੇ ਛੋਟੇ ਛੋਟੇ ਪੌਦੇ ਉੱਗਣ ਲੱਗ ਗਏ, ਅਨਾਜ ਉੱਗਣ ਲੱਗ ਗਿਆ। ਅਤੇ ਅਨਾਜਾਂ ਦੇ ਨਾਲ ਨਾਲ ਹੁਣ ਇਹੀ ਘਾਹ ਦੇ ਉੱਤੇ ਡਿਪੈਂਡੈਂਟ ਜਿਹੜੇ ਸੀਗੇ ਜਾਨਵਰ, ਭੇਡਾਂ ਬੱਕਰੀਆਂ ਜਾਂ ਹੋਰ ਦੁਧਾਰੂ ਪਾਲਤੂ ਜਿਹੜੇ ਜਾਨਵਰ ਸੀ, ਉਹਨਾਂ ਦੀ ਸੰਖਿਆ ਵੀ ਵਧੀ। ਫਿਰ ਇਨਸਾਨ ਨੇ ਇਸ ਸਮੇਂ ਦੇ ਵਿੱਚ ਕੀ ਆ, ਹੌਲੀ ਹੌਲੀ ਐਗਰੀਕਲਚਰ ਕਰਨਾ ਸ਼ੁਰੂ ਕਰਤਾ, ਆਪਣੇ ਅਨਾਜ ਪੈਦਾ ਕਰਨਾ ਸ਼ੁਰੂ ਕਰਤਾ ਅਤੇ ਜਾਨਵਰ ਪਾਲਣੇ ਸ਼ੁਰੂ ਕਰਤੇ। ਠੀਕ, ਹੁਣ ਜਿਸ ਤਰ੍ਹਾਂ ਕੋਈ ਕਿਤੇ ਜਿਹੜੇ ਅਨਾਜ ਖਾਣ ਵਾਲੇ ਸੀਗੇ, ਮੋਟੇ ਸੀਗੇ, ਐਨਰਜੀ ਦਿੰਦੇ ਸੀ, ਉਹਨਾਂ ਦੇ ਬੀਜ ਸਾਂਭੇ ਗਏ। ਇਸੇ ਪ੍ਰਕਾਰ ਜਿਹੜੇ ਜਾਨਵਰ ਇਹਨਾਂ ਦੇ ਕੋਲ ਆ ਕੇ ਰਹਿੰਦੇ ਸੀ, ਇਹਨਾਂ ਤੋਂ ਭੱਜਦੇ ਨਹੀਂ ਸੀ ਅਤੇ ਅਟੈਕ ਨਹੀਂ ਸੀ ਕਰਦੇ, ਹਮਲਾ ਨਹੀਂ ਸੀ ਕਰਦੇ, ਅਤੇ ਉਹਨਾਂ ਨੂੰ ਪਾਲਿਆ ਗਿਆ ਅਤੇ ਇਨਸਾਨਾਂ ਨੂੰ ਵੀ ਫਾਇਦਾ ਹੋ ਰਿਹਾ ਸੀ ਇਹਨਾਂ ਜਾਨਵਰਾਂ ਤੋਂ। ਦੁੱਧ ਮਿਲਦਾ ਸੀ, ਮੀਟ ਮਿਲਦਾ ਸੀ ਅਤੇ ਇਹਨਾਂ ਦੀ ਖੱਲਾਂ ਤੋਂ ਵੀ ਕੱਪੜੇ ਵਗੈਰਾ ਬਣਾਏ ਜਾਂਦੇ ਸੀ। ਜਾਨਵਰਾਂ ਨੂੰ ਪਾਲਣਾ ਸ਼ੁਰੂ ਹੋਇਆ। ਜਿਸ ਤਰ੍ਹਾਂ ਮੰਨ ਲਓ ਕਿ ਕੋਈ ਕੁੱਤਾ ਵੀ ਇਨਸਾਨ ਦੇ ਨੇੜੇ ਰਹਿ ਕੇ ਖੁਸ਼ ਸੀਗਾ, ਕਿਉਂਕਿ ਇਸ ਨਾਲ ਉਸਨੂੰ ਵੱਡੇ ਜੰਗਲੀ ਜਾਨਵਰਾਂ ਤੋਂ ਪ੍ਰੋਟੈਕਸ਼ਨ ਮਿਲ ਜਾਂਦੀ ਸੀ। ਅਤੇ ਕੁੱਤੇ ਵਗੈਰਾ ਕੀ ਕਰਦੇ ਸੀ, ਜਦੋਂ ਕੋਈ ਜੰਗਲੀ ਜਾਨਵਰ ਆਉਂਦਾ ਸੀ ਜਾਂ ਕੋਈ ਖਤਰਾ ਹੁੰਦਾ ਸੀ ਤਾਂ ਭੌਂਕਣ ਲੱਗ ਜਾਂਦੇ ਸੀ। ਤਾਂ ਫਿਰ ਇਨਸਾਨ ਨੇ ਦੇਖਿਆ ਕਿ ਇਹ ਜਾਨਵਰ ਸਾਡੇ ਲਈ ਫਾਇਦੇ ਵਾਲੇ ਆ, ਤਾਂ ਉਹਨਾਂ ਨੇ ਕੁੱਤੇ ਨੂੰ ਵੀ ਪਾਲਿਆ, ਹੋਰ ਇਸ ਤਰ੍ਹਾਂ ਦੇ ਜਾਨਵਰ ਪਾਲਣੇ ਸ਼ੁਰੂ ਕਰਤੇ। ਇਹ ਦੋਵਾਂ ਦਾ ਫਾਇਦਾ ਹੁੰਦਾ ਸੀ, ਜਾਨਵਰਾਂ ਦਾ ਵੀ ਫਾਇਦਾ ਹੁੰਦਾ ਸੀ, ਉਹਨੂੰ ਭੋਜਨ ਮਿਲ ਜਾਂਦਾ ਸੀ, ਇਨਸਾਨਾਂ ਕੋਲੋਂ ਪ੍ਰੋਟੈਕਸ਼ਨ ਮਿਲ ਜਾਂਦੀ ਸੀਗੀ, ਆਸਰਾ ਮਿਲ ਜਾਂਦਾ ਸੀ, ਅਤੇ ਇਨਸਾਨਾਂ ਨੂੰ ਵੀ ਫਾਇਦਾ ਹੁੰਦਾ ਸੀ ਜਾਨਵਰਾਂ ਕੋਲੋਂ। ਤਾਂ ਕਹਿਣ ਦਾ ਮਤਲਬ ਹੁਣ ਇਹਨਾਂ ਨੇ ਅਨਾਜ ਪੈਦਾ ਕਰਨਾ ਸ਼ੁਰੂ ਕਰਤਾ ਅਤੇ ਜਾਨਵਰਾਂ ਨੂੰ ਪਾਲਣਾ ਸ਼ੁਰੂ ਕਰਤਾ। ਹਾਲਾਂਕਿ ਇਹ ਪ੍ਰੋਸੈਸ ਕਾਫੀ ਲੰਬਾ ਸੀ, ਹੌਲੀ ਹੌਲੀ ਹੋਇਆ, ਉਹ ਅਸੀਂ ਪੜ੍ਹਾਂਗੇ ਕਿਸ ਤਰ੍ਹਾਂ ਹੋਇਆ। ਤੁਸੀਂ ਬਸ ਮੇਨ ਗੱਲ ਸ਼ੁਰੂ ਕਰ ਲੈਣੀ ਹੈ, ਯਾਦ ਰੱਖ ਲੈਣੀ ਮਨ ਵਿੱਚ ਵੀ ਇਸ ਵੇਲੇ ਇਹਨਾਂ ਨੇ ਆਹ ਕੰਮ ਸ਼ੁਰੂ ਕਰਤਾ ਸੀ, ਖੇਤੀਬਾੜੀ ਸ਼ੁਰੂ ਕਰਤੀ, ਥੋੜ੍ਹਾ ਥੋੜ੍ਹਾ ਅਨਾਜ ਪੈਦਾ ਕਰਨਾ ਸ਼ੁਰੂ ਕਰਤਾ ਅਤੇ ਜਾਨਵਰਾਂ ਨੂੰ ਪਾਲਣਾ ਸ਼ੁਰੂ ਕਰਤਾ। ਲਗਭਗ 12,000 ਸਾਲ ਪਹਿਲਾਂ ਸੰਸਾਰ ਦੇ ਜਲਵਾਯੂ ਵਿੱਚ ਮੁਕਾਬਲਤਨ ਮਤਲਬ ਕੰਪੈਰੇਟਿਵਲੀ ਗਰਮ ਹਾਲਾਤ ਵਿੱਚ ਤਬਦੀਲੀ ਦੇ ਕਾਰਨ ਵੱਡੀਆਂ ਤਬਦੀਲੀਆਂ ਆਈਆਂ। ਕੀ ਹੋਇਆ? ਗਰਮੀ ਹੋਈ, ਗਰਮੀ ਕਾਰਨ ਹੋਰ ਤਬਦੀਲੀਆਂ ਆਈਆਂ। ਮੇਨ ਤਬਦੀਲੀ ਕਿਹੜੀ ਸੀ? ਬਰਫਾਂ ਦਾ ਪਿਘਲਣਾ। ਠੀਕ ਹੈ ਜੀ। ਇਸ ਨਾਲ ਬਹੁਤ ਸਾਰੇ ਖੇਤਰਾਂ ਵਿੱਚ ਘਾਹ ਦੇ ਮੈਦਾਨਾਂ ਦਾ ਵਿਕਾਸ ਹੋਇਆ, ਗ੍ਰਾਸਸ ਆ ਗਈਆਂ। ਇਸ ਕਾਰਨ ਹਿਰਨ, ਬੱਕਰੀ, ਭੇਡਾਂ ਅਤੇ ਹੋਰ ਘਾਹ ਖਾਣ ਵਾਲੇ ਪਸ਼ੂਆਂ ਦੀ ਗਿਣਤੀ ਵਿੱਚ ਵਾਧਾ ਹੋਇਆ। ਠੀਕ ਹੈ ਜੀ। ਜੋ ਲੋਕ ਪਹਿਲਾਂ ਇਹਨਾਂ ਜਾਨਵਰਾਂ ਦਾ ਸ਼ਿਕਾਰ ਕਰਦੇ ਸੀ, ਉਹ ਹੁਣ ਉਹਨਾਂ ਦੇ ਖਾਣ ਪੀਣ ਦੀਆਂ ਆਦਤਾਂ ਅਤੇ ਹੋਰ ਜਾਣਕਾਰੀਆਂ ਬਾਰੇ ਵੀ ਜਾਣਨ ਲੱਗੇ। ਦੇਖੋ, ਸਾਨੂੰ ਇਹਨਾਂ ਤੋਂ ਦੁੱਧ ਮਿਲਦਾ ਸੀ, ਠੀਕ ਹੈ ਜੀ, ਅਤੇ ਫਿਰ ਇਨਸਾਨ ਨੇ ਸੋਚਿਆ ਵੀ ਕਿਉਂ ਨਾ ਅਸੀਂ ਇਹਨਾਂ ਨੂੰ ਪਾਲ ਲਈਏ, ਪਾਲ ਕੇ ਇਹਨਾਂ ਤੋਂ ਦੁੱਧ ਵਗੈਰਾ ਲਈਏ, ਇਹਨਾਂ ਤੋਂ ਆਂਡੇ ਲਈਏ। ਇਹ ਸੰਭਾਵਨਾ ਹੈ ਕਿ ਇਸ ਨਾਲ ਲੋਕਾਂ ਨੂੰ ਇਹਨਾਂ ਜਾਨਵਰਾਂ ਨੂੰ ਪਾਲਣ ਬਾਰੇ ਸੋਚਣ ਵਿੱਚ ਮਦਦ ਮਿਲੀ। ਉਹ ਦੇਖਦੇ ਸੀ ਵੀ ਇਹਨਾਂ ਦਾ ਕੀ ਰਿਕੁਆਇਰਮੈਂਟਸ ਆ ਜਾਨਵਰਾਂ ਦੀ। ਜੇ ਅਸੀਂ ਘਾਹ ਪਾ ਦਈਏ ਤਾਂ ਇਹ ਜਾਨਵਰ ਸਾਡੇ ਕੋਲ ਰਹਿਣਗੇ, ਹੈ ਨਾ। ਅਤੇ ਉਹ ਰਿਕੁਆਇਰਮੈਂਟਸ, ਉਹ ਜ਼ਰੂਰਤਾਂ ਕਹਿੰਦੇ ਅਸੀਂ ਪੂਰੀਆਂ ਕਰਦੇ ਹਾਂ। ਅਤੇ ਇਨਸਾਨਾਂ ਨੇ ਹੌਲੀ ਹੌਲੀ ਜਾਨਵਰਾਂ ਨੂੰ ਪਾਲਣਾ ਸਿੱਖ ਲਿਆ। ਮੱਛੀਆਂ ਫੜਨਾ ਵੀ ਮਹੱਤਵਪੂਰਨ ਬਣ ਗਿਆ। ਹੁਣ ਉਹ ਮੱਛੀਆਂ ਵੀ ਫੜਨ ਲੱਗ ਗਏ। ਠੀਕ ਹੈ ਜੀ। ਖੇਤੀ ਅਤੇ ਪਸ਼ੂ ਪਾਲਣ ਦੀ ਸ਼ੁਰੂਆਤ, ਇਹੀ ਗੱਲਾਂ ਨੂੰ ਹੁਣ ਥੋੜ੍ਹਾ ਅਸੀਂ ਡਿਟੇਲ 'ਚ ਪੜ੍ਹਦੇ ਹਾਂ। ਇਹ ਸਮਾਂ ਸੀ ਜਦੋਂ ਕਣਕ, ਜੌਂ ਅਤੇ ਚੌਲਾਂ ਸਮੇਤ ਕਈ ਅਨਾਜ ਵਾਲੇ ਘਾਹ ਕੁਦਰਤੀ ਤੌਰ 'ਤੇ ਭਾਰਤੀ ਉਪ ਮਹਾਂਦੀਪ ਦੇ ਵੱਖ-ਵੱਖ ਹਿੱਸਿਆਂ ਵਿੱਚ ਉੱਗਦੇ ਸਨ। ਆਹ ਬੇਸਿਕਲੀ ਹੈ ਤਾਂ ਘਾਹ ਹੀ ਹੈ ਨਾ, ਘਾਹ ਉੱਗਦਾ ਆ, ਉਹ ਘਾਹ ਨੂੰ ਬਾਅਦ 'ਚੋਂ ਕਣਕ ਦਾ, ਜੌਆਂ ਦਾ ਜਾਂ ਚੌਲਾਂ ਦੇ ਛਿੱਟੇ ਲੱਗਦੇ ਆ, ਅਤੇ ਇਹ ਫਸਲਾਂ ਇਨਸਾਨ ਨੇ ਖਾਧੀਆਂ। ਮਰਦਾਂ, ਔਰਤਾਂ ਅਤੇ ਬੱਚਿਆਂ ਨੇ ਸ਼ਾਇਦ ਇਹਨਾਂ ਅਨਾਜਾਂ ਨੂੰ ਭੋਜਨ ਵਜੋਂ ਇਕੱਠਾ ਕੀਤਾ
ਅਤੇ ਇਹ ਸਿੱਖਿਆ ਕਿ ਉਹ ਕਿੱਥੇ ਵੱਧਦੇ ਹਨ ਅਤੇ ਕਦੋਂ ਪੱਕਦੇ ਹਨ। ਕਹਿਣ ਦਾ ਭਾਵ ਅਨਾਜਾਂ ਬਾਰੇ ਗਿਆਨ ਪ੍ਰਾਪਤ ਕੀਤਾ ਵੀ ਕਿੱਥੇ ਵਧੀਆ ਉੱਗਦੇ ਆ, ਕਿਸ ਤਰ੍ਹਾਂ ਉਹ ਕਿਹੜੇ ਮੌਸਮ ਵਿੱਚ ਪੱਕਦੇ ਆ, ਇਹ ਸਾਰੀ ਨੌਲੇਜ ਲਈ ਅਨਾਜਾਂ ਬਾਰੇ। ਇਸ ਕਾਰਨ ਉਹਨਾਂ ਨੇ ਆਪਣੇ ਤੌਰ 'ਤੇ ਬੂਟੇ ਉਗਾਉਣ ਬਾਰੇ ਵੀ ਸੋਚਿਆ ਵੀ ਕਿਉਂ ਨਾ ਅਸੀਂ ਖੁਦ ਇਹਨਾਂ ਦੇ ਬੀਜ ਸਾਂਭ ਲਈਏ ਅਤੇ ਇਹਨਾਂ ਨੂੰ ਉਗਾਈਏ। ਉਹਨਾਂ ਨੇ ਦੇਖਿਆ ਕਿ ਇਹਨਾਂ ਪੌਦਿਆਂ ਦੇ ਬੀਜ ਜਦੋਂ ਥੱਲੇ ਡਿੱਗਦੇ ਆ ਉਹ ਹੌਲੀ ਹੌਲੀ ਅੰਕੁਰਿਤ ਹੁੰਦੇ ਆ, ਉਹਦਾ ਪੌਦਾ ਬਣਦਾ ਆ ਅਤੇ ਇਹ ਬੀਜ ਅਸੀਂ ਖਾਂਦੇ ਹਾਂ, ਇਹਨਾਂ ਦਾ ਅਨਾਜ ਅਸੀਂ ਖਾਂਦੇ ਹਾਂ, ਤਾਂ ਕਿਉਂ ਨਾ ਇਹਨਾਂ 'ਚੋਂ ਕੁਛ ਬੀਜ ਅਸੀਂ ਸਾਂਭ ਲਈਏ ਅਤੇ ਅਸੀਂ ਆਪਣੇ ਤੌਰ 'ਤੇ ਪੌਦੇ ਬੂਟੇ ਉਗਾਈਏ, ਫਸਲਾਂ ਉਗਾਈਏ। ਇਸ ਤਰ੍ਹਾਂ ਲੋਕ ਕਿਸਾਨ ਬਣ ਗਏ। ਹੁਣ ਪਹਿਲਾਂ ਜਿਹੜੇ ਬੰਦੇ ਹੰਟਰ ਗੈਦਰਰ ਸੀ, ਖੇਤੀਬਾੜੀ ਵੀ ਕਰਨ ਲੱਗ ਗਏ। ਇਸ ਨਾਲ ਕੀ ਹੋਇਆ ਕਿ ਉਹ ਹੁਣ ਸੈਟਲਮੈਂਟ ਵੱਲ ਵਧੇ, ਇੱਕ ਥਾਂ ਟਿਕ ਕੇ ਰਹਿਣ ਲੱਗ ਗਏ। ਜਿੱਥੇ ਉਹਨਾਂ ਦੇ ਖੇਤ ਸੀ ਉੱਥੇ ਉਹ ਹੁਣ ਰਹਿਣ ਲੱਗ ਗਏ। ਇਹ ਲੰਬਾ ਟਾਈਮ ਪੀਰੀਅਡ ਵਿੱਚ ਹੋਇਆ ਜੀ, ਹੌਲੀ ਹੌਲੀ ਹੋਇਆ, ਇੱਕਦਮ ਨਹੀਂ ਹੋ ਗਿਆ। ਲੋਕ ਜਾਨਵਰਾਂ ਨੂੰ ਆਕਰਸ਼ਿਤ ਕਰ ਸਕਦੇ ਸਨ ਅਤੇ ਫਿਰ ਉਹਨਾਂ ਦੇ ਘਰਾਂ ਦੇ ਨੇੜੇ ਉਹਨਾਂ ਲਈ ਭੋਜਨ ਛੱਡ ਕੇ ਉਹਨਾਂ ਨੂੰ ਕਾਬੂ ਕਰ ਸਕਦੇ ਸਨ। ਠੀਕ ਹੈ ਜੀ, ਜਿਸ ਤਰ੍ਹਾਂ ਜਾਨਵਰਾਂ ਨੂੰ ਜਾਂ ਕੁੱਤਿਆਂ ਨੂੰ ਜਾਂ ਭੇਡਾਂ ਬੱਕਰੀਆਂ ਨੂੰ ਭੋਜਨ ਪਾ ਤਾ ਤਾਂ ਫਿਰ ਜਾਨਵਰ ਇਹਨਾਂ ਦੇ ਕੋਲ ਰਹਿਣ ਲੱਗ ਗਏ। ਤਾਂ ਫਿਰ ਇਸ ਤਰ੍ਹਾਂ ਕੀ ਕੀਤਾ, ਉਹਨਾਂ ਨੇ ਜਾਨਵਰਾਂ ਨੂੰ ਵੀ ਕਾਬੂ ਕਰ ਲਿਆ ਅਤੇ ਉਹਨਾਂ ਨੂੰ ਪਾਲਤੂ ਬਣਾ ਲਿਆ। ਪਾਲਿਆ ਜਾਣ ਵਾਲਾ ਪਹਿਲਾ ਜਾਨਵਰ ਕੁੱਤੇ ਦਾ ਜੰਗਲੀ ਪੂਰਵਜ ਸੀ। ਜੰਗਲੀ ਪੂਰਵਜ ਜਿਹੜਾ ਅੱਜ ਦੇ ਜ਼ਮਾਨੇ ਦਾ ਕੁੱਤਾ ਨਾ, ਇਹ ਉਸ ਸਮੇਂ ਨਹੀਂ ਸੀ। ਉਸ ਸਮੇਂ ਜੰਗਲੀ ਟਾਈਪ ਦੇ ਕੁੱਤੇ ਸੀ। ਹੁਣ ਉਹ ਜੰਗਲੀ ਟਾਈਪ ਦੇ ਕੁੱਤਿਆਂ ਵਿੱਚੋਂ ਉਹ ਕੁੱਤੇ ਜਿਹੜੇ ਥੋੜ੍ਹੇ ਆਪਣੇ ਸੌਫਟ ਸੀ, ਨਰਮ ਸੀ, ਆਕਰਮਕ ਨਹੀਂ ਸੀ, ਜਾਂ ਜਿਹੜੇ ਇਨਸਾਨਾਂ 'ਤੇ ਉਨਾ ਅਟੈਕ ਨਹੀਂ ਕਰਦੇ ਸੀ, ਉਹਨਾਂ ਨੂੰ ਚੁਣਿਆ ਗਿਆ, ਆਪਣੇ ਕੋਲ ਰੱਖਿਆ ਗਿਆ। ਫਿਰ ਉਹਨਾਂ ਵਿੱਚੋਂ ਵੀ ਜਿਹੜੇ ਥੋੜ੍ਹੇ ਸੌਫਟ ਸੀ, ਸੌਫਟ ਦਾ ਕਹਿਣ ਦਾ ਭਾਵ ਵੀ ਇਨਸਾਨਾਂ ਲਈ ਹਾਨੀਕਾਰਕ ਨਹੀਂ ਸੀ, ਜਿਹੜੇ ਬਹੁਤੇ, ਉਹਨਾਂ ਨੂੰ ਚੁਣਿਆ ਗਿਆ। ਫਿਰ ਚੁਣਿਆ ਗਿਆ, ਇਸ ਤਰ੍ਹਾਂ ਚੁਣਦੇ ਇਹਨਾਂ ਦੀ ਬਰੀਡ ਜਿਹੜੀ ਅੱਜ ਦੀ ਕੁੱਤਿਆਂ ਦੀ ਬਰੀਡ ਤੱਕ ਪਹੁੰਚ ਗਈ। ਠੀਕ, ਕੁੱਤੇ ਦਾ ਜੰਗਲੀ ਪੂਰਵਜ ਸੀ ਕੌਣ? ਪਹਿਲਾ ਜਾਨਵਰ ਜਿਸ ਨੂੰ ਪਾਲਿਆ ਗਿਆ। ਬਾਅਦ ਵਿੱਚ ਲੋਕਾਂ ਨੇ ਜਾਨਵਰਾਂ ਨੂੰ ਉਤਸ਼ਾਹਿਤ ਕੀਤਾ ਜੋ ਘਰਾਂ ਦੇ ਨੇੜੇ ਆਉਣ ਲਈ ਮੁਕਾਬਲਤਨ ਕੋਮਲ ਸਨ, ਜਿਹੜੇ ਇੰਨਾ ਇਨਸਾਨਾਂ 'ਤੇ ਅਟੈਕ ਨਹੀਂ ਸੀ ਕਰਦੇ, ਇਨਸਾਨਾਂ ਲਈ ਫਾਇਦੇ ਵਾਲੇ ਸੀ। ਫਿਰ ਉਹਨਾਂ ਨੂੰ ਲੋਕਾਂ ਨੇ ਖੁਦ ਖਾਣਾ ਪਾਣੀ ਦੇ ਕੇ ਆਪਣੇ ਨਾਲ ਰੱਖ ਲਿਆ। ਇਹ ਜਾਨਵਰ ਕਿਹੜੇ ਸੀ? ਭੇਡਾਂ, ਬੱਕਰੀਆਂ, ਪਸ਼ੂ ਅਤੇ ਸੂਰ ਵਗੈਰਾ। ਇਹ ਸੀ ਜੀ ਪਾਲਤੂ ਜਾਨਵਰ ਸ਼ੁਰੂ ਵਿੱਚ। ਇਹਨਾਂ ਵਿੱਚੋਂ ਬਹੁਤੇ ਕੀ ਸੀ? ਘਾਹ ਖਾਂਦੇ ਸੀ। ਤਾਂ ਹੀ ਫਾਇਦਾ ਹੋਊਗਾ ਨਾ, ਜੇ ਮਾਸ ਖਾਣ ਲੱਗ ਗਏ ਤਾਂ ਉਹਨਾਂ ਨੇ ਤਾਂ ਇਨਸਾਨਾਂ 'ਤੇ ਅਟੈਕ ਕਰ ਦੇਣਾ ਸੀ, ਜਾਨਵਰਾਂ ਨੇ। ਇਹ ਜਾਨਵਰ ਦੂਜੇ ਜੰਗਲੀ ਜਾਨਵਰਾਂ ਦੇ ਹਮਲਿਆਂ ਤੋਂ ਸੁਰੱਖਿਅਤ ਬਚੇ ਵੀ ਰਹਿੰਦੇ ਸਨ। ਇੱਥੇ ਜਾਨਵਰਾਂ ਦਾ ਵੀ ਫਾਇਦਾ ਹੋ ਗਿਆ। ਜੇ ਜਾਨਵਰ ਬਾਹਰ ਰਹਿੰਦੇ ਤਾਂ ਜੰਗਲੀ ਜਾਨਵਰ ਉਹਨਾਂ ਨੂੰ ਖਾ ਜਾਂਦੇ। ਹੁਣ ਉਹ ਇਨਸਾਨਾਂ ਦੇ ਕੋਲ ਰਹਿਣ ਲੱਗ ਗਏ ਤਾਂ ਇਨਸਾਨ ਇਹਨਾਂ ਨੂੰ ਬਚਾਉਂਦੇ ਸੀ ਦੂਸਰੇ ਜਾਨਵਰਾਂ ਕੋਲੋਂ। ਇਸ ਤਰ੍ਹਾਂ ਉਸ ਸਮੇਂ ਦੇ ਲੋਕ ਪਸ਼ੂ ਪਾਲਕ ਬਣ ਗਏ। ਹੁਣ ਉਹ ਪਸ਼ੂਆਂ ਨੂੰ ਵੀ ਪਾਲਣ ਲੱਗ ਗਏ, ਖੇਤੀ ਵੀ ਕਰਨ ਲੱਗ ਗਏ ਅਤੇ ਪਸ਼ੂਆਂ ਨੂੰ ਵੀ ਪਾਲਣ ਲੱਗ ਗਏ। ਕੀ ਤੁਸੀਂ ਕਿਸੇ ਕਾਰਨ ਬਾਰੇ ਸੋਚ ਸਕਦੇ ਹੋ ਕਿ ਕੁੱਤਾ ਸ਼ਾਇਦ ਪਹਿਲਾ ਜਾਨਵਰ ਕਿਉਂ ਸੀ ਜਿਸ ਨੂੰ ਪਾਲਿਆ ਗਿਆ ਸੀ? ਇਹ ਪ੍ਰਸ਼ਨ NCERT ਵਿੱਚ ਲਿਖਿਆ ਆ। ਹੁਣ ਤੁਸੀਂ ਇਹਨੂੰ ਪੜ੍ਹ ਕੇ ਅੱਗੇ ਨਹੀਂ ਲੰਘ ਜਾਣਾ, ਇਹਦੇ ਉੱਤੇ ਦਿਮਾਗ ਲਾਉਣਾ ਆ। ਜਿਹੜਾ ਸੋਚੋ ਵੀ ਕੁੱਤਾ ਕਿਉਂ ਪਹਿਲਾ ਜਾਨਵਰ ਸੀ। ਇੱਕ ਤਾਂ ਕਾਰਨ ਜੀ ਇਹੀ ਬਣਦਾ ਕਿ ਕੁੱਤਾ ਖਤਰੇ ਨੂੰ ਭਾਂਪਦੇ ਹੋਏ ਭੌਂਕਣ ਲੱਗ ਜਾਂਦਾ ਛੇਤੀ। ਇਹਦੇ ਸੈਂਸਸ ਬਹੁਤ ਤੇਜ਼ ਹੁੰਦੀਆਂ ਅਤੇ ਸੂੰਘ ਕੇ ਬਹੁਤ ਕੁਛ ਪਤਾ ਲਗਾ ਲੈਂਦਾ ਵੀ ਖਤਰਾ ਆ। ਇਹ ਇੱਕ ਵੱਡਾ ਕਾਰਨ ਸੀ। ਦੂਸਰਾ ਤੁਸੀਂ ਦੇਖਿਓ ਵੀ ਜਿਸ ਤਰ੍ਹਾਂ ਨਾ ਕੁੱਤੇ ਵਿੱਚ ਵਫਾਦਾਰ ਵਾਲੇ ਐਲੀਮੈਂਟ ਵੀ ਜ਼ਿਆਦਾ ਸੀ। ਆਪਣੇ ਮਾਲਕ ਲਈ ਉਹ ਕਈ ਵਾਰ ਦੂਸਰੇ ਜਾਨਵਰਾਂ ਨਾਲ ਵੀ ਲੜਨ ਤੋਂ ਪਿੱਛੇ ਨਹੀਂ ਹਟਦੇ। ਬਿੱਲੀ ਇਹਨਾਂ ਮਾਮਲੇ 'ਚ ਤੇਜ਼ ਆ। ਬਿੱਲੀ ਦੇ ਇੰਸਟਿੰਕਟ ਅੰਦਰਲੇ ਗੁਣ ਇੱਦਾਂ ਦੇ ਨਹੀਂ ਹੈਗੇ ਕਿ ਉਹ ਬਹੁਤ ਵਫਾਦਾਰ ਹੋਵੇ। ਠੀਕ, ਇਹ ਦੋ ਮੇਨ ਵੱਡੇ ਕਾਰਨ ਹੋਏ। ਅਤੇ ਮੈਂ ਸੈਂਸਸ ਵਾਲੀ ਗੱਲ ਦੱਸਦੀ ਕਿ ਉਹ ਸੂੰਘ ਕੇ ਬਹੁਤ ਕੁਛ ਗੱਲਾਂ ਪਤਾ ਲਗਾ ਸਕਦੇ ਸੀ। ਈਵਨ ਤੱਕ ਕਿ ਜਿੱਦਾਂ ਹੁਣ ਮੰਨ ਲਓ ਕਿ ਕਿਤੇ ਕੋਈ ਸ਼ਿਕਾਰ ਹੈਗਾ ਕਿ ਨਹੀਂ ਹੈਗਾ, ਹੈ ਨਾ, ਅਟੈਕ ਕਰਨ ਲਈ ਉਹ ਕੁੱਤਿਆਂ ਨੂੰ ਨਾਲ ਲੈ ਜਾਂਦੇ ਸੀ। ਖੇਤਾਂ ਵਿੱਚ ਕੁੱਤੇ ਬਾੜਦੇ ਤਾਂ ਕੁੱਤਿਆਂ ਨੇ ਭੱਜ ਕੇ ਖਰਗੋਸ਼ ਕੀ ਆਪਣੇ ਹੋਰ ਛੋਟੇ ਮੋਟੇ ਜਾਨਵਰ ਜਿਹੜੇ ਖਾਣ ਯੋਗ ਸੀਗੇ ਉਹਨਾਂ ਨੂੰ ਫੜ ਲੈਂਦੇ ਸੀ ਕੁੱਤੇ। ਅਤੇ ਇਸ ਤਰ੍ਹਾਂ ਹੈਲਪ ਕਰਦੇ ਸੀ ਕੁੱਤੇ ਇਨਸਾਨਾਂ ਦਾ। ਹੋਰ ਵੀ ਤੁਸੀਂ ਪੁਆਇੰਟ ਸੋਚ ਲੈਣੇ।
ਅੱਗੇ ਹੁਣ ਗੱਲ ਕਰਾਂਗੇ ਜੀ ਡੇਟਸ ਬਾਰੇ, ਨਾਮ ਅਤੇ ਮਿਤੀਆਂ, ਤਰੀਕਾਂ ਬਾਰੇ ਕੁਝ ਗੱਲਾਂ ਕਰਾਂਗੇ। ਅਸੀਂ ਇੱਥੇ ਮੇਨ ਆਪਣਾ ਫੋਕਸ ਰੱਖਾਂਗੇ ਪੱਥਰ ਯੁੱਗ ਤੱਕ। ਪੱਥਰ ਯੁੱਗ ਅਸੀਂ ਪਹਿਲਾਂ ਤਮਿਲਨਾਡੂ ਬੋਰਡ ਕਿਤਾਬ 'ਚ ਵੀ ਪੜ੍ਹਿਆ ਕਿ ਪੱਥਰ ਯੁੱਗ ਨੂੰ 3 ਡਿਵੀਜ਼ਨ ਵਿੱਚ ਅਸੀਂ ਵੰਡ ਲੈਂਦੇ ਹਾਂ। ਇੱਕ ਪੁਰਾਣਾ ਪੱਥਰ ਯੁੱਗ, ਇੱਕ ਵਿਚਕਾਰਲਾ ਤੇ ਇੱਕ ਨਵਾਂ। ਤਿੰਨਾਂ ਨੂੰ ਪੜ੍ਹ ਲੈਂਦੇ ਫਿਰ ਦੁਬਾਰਾ ਜੀ। ਪੁਰਾਤਤਵ ਵਿਗਿਆਨੀਆਂ ਨੇ ਉਸ ਸਮੇਂ ਲਈ ਲੰਬੇ ਨਾਮ ਦਿੱਤੇ ਹਨ ਜਿਸ ਦਾ ਅਸੀਂ ਅਧਿਐਨ ਕਰ ਰਹੇ ਹਾਂ। ਲੰਬੇ ਨਾਮ ਆ ਦੇਖੋ, ਪੈਲੀਓਲਿਥਿਕ, ਮੀਜ਼ੋਲਿਥਿਕ, ਨਿਓਲਿਥਿਕ। ਉਹ ਸਭ ਤੋਂ ਪੁਰਾਣੇ ਦੌਰ ਨੂੰ ਪੈਲੀਓਲਿਥਿਕ ਕਹਿੰਦੇ ਹਨ। ਅੰਗਰੇਜ਼ੀ ਵਿੱਚ ਅਸੀਂ ਪੈਲੀਓਲਿਥਿਕ ਕਹਿ ਦਿੰਦੇ ਹਾਂ। ਪੈਲੀਓ ਹੁੰਦਾ ਜੀ ਬਹੁਤ ਪੁਰਾਣਾ, ਲਿਥਿਕ ਹੁੰਦਾ ਜੀ ਪੱਥਰ ਯੁੱਗ। ਇਹ ਦੋ ਯੂਨਾਨੀ ਸ਼ਬਦਾਂ ਪੈਲੀਓ ਤੋਂ ਆਇਆ ਹੈ। ਪੈਲੀਓ ਪਲੱਸ ਲਿਥਿਕ, ਤੇ ਪੈਲੀਓ ਦਾ ਮਤਲਬ ਹੈ ਪੁਰਾਣਾ ਤੇ ਲਿਥੋਸ ਦਾ ਅਰਥ ਹੈ ਪੱਥਰ, ਮਤਲਬ ਪੁਰਾਣਾ ਪੱਥਰ ਯੁੱਗ। ਇਹ ਨਾਮ ਪੱਥਰ ਦੇ ਸੰਦਾਂ ਦੀ ਖੋਜ ਦੀ ਮਹੱਤਤਾ ਵੱਲ ਇਸ਼ਾਰਾ ਕਰਦਾ ਹੈ ਕਿ ਇਸ ਟਾਈਮ ਵਿੱਚ ਕੀ ਆ, ਪੱਥਰ ਦੇ ਬਣੇ ਹੋਏ ਸੰਦ, ਔਜ਼ਾਰ ਯੂਜ਼ ਕੀਤੇ ਜਾਂਦੇ ਸੀ, ਵਰਤੇ ਜਾਂਦੇ ਸੀ। ਠੀਕ ਹੈ ਜੀ। ਇਹ ਕਾਫੀ ਲੰਬਾ ਟਾਈਮ ਪੀਰੀਅਡ ਆ, ਮੈਂ ਦੱਸਿਆ। ਪੜ੍ਹ ਲੈਂਦੇ ਹਾਂ, ਤੁਹਾਨੂੰ ਜ਼ਿਆਦਾ ਕਲੈਰਿਟੀ ਹੋਏਗੀ। ਪੈਲੀਓਲਿਥਿਕ ਕਾਲ 2 ਮਿਲੀਅਨ ਸਾਲ ਪਹਿਲਾਂ ਤੋਂ ਲਗਭਗ ਸ਼ੁਰੂ ਹੋ ਕੇ 12,000 ਸਾਲ ਪਹਿਲਾਂ ਤੱਕ ਫੈਲਿਆ ਹੋਇਆ ਹੈ। 2 ਮਿਲੀਅਨ ਸਾਲ ਤੋਂ ਲੈ ਕੇ 12,000 ਸਾਲ ਪਹਿਲਾਂ ਤੱਕ ਇਹ ਕਿਹੜਾ ਹੋ ਗਿਆ, ਪੈਲੀਓਲਿਥਿਕ। ਇਹ ਬਹੁਤ ਲੰਬਾ ਟਾਈਮ ਪੀਰੀਅਡ ਆ। ਬਾਕੀ ਟਾਈਮ ਪੀਰੀਅਡ, ਸਮਾਂ ਕਾਲ ਇਹਨਾਂ ਤੋਂ ਘੱਟ ਆ। ਸਮੇਂ ਦੇ ਇਸ ਲੰਬੇ ਹਿੱਸੇ ਨੂੰ ਹੇਠਲੇ, ਮੱਧ ਅਤੇ ਉੱਪਰਲੇ ਪੈਲੀਓਲਿਥਿਕ ਕਾਲ ਵਿੱਚ ਵੰਡਿਆ ਗਿਆ ਹੈ। ਪੈਲੀਓਲਿਥਿਕ, ਠੀਕ ਹੈ ਨਾ। ਇਹਨੂੰ 3 ਹਿੱਸਿਆਂ 'ਚ ਵੰਡ ਲੈਂਦੇ ਜੀ ਸਾਰੇ ਨੂੰ। ਇਹ ਲੰਮਾ ਸਮਾਂ ਮਨੁੱਖੀ ਇਤਿਹਾਸ ਦੇ 99% ਨੂੰ ਕਵਰ ਕਰਦਾ ਹੈ। ਕਿੰਨਿਆਂ ਨੂੰ ਕਰਦਾ ਹੈ ਜੀ? 99% ਸਾਡੀ ਜਿਹੜੀ ਹਿਸਟਰੀ ਆ ਨਾ, ਉਹ ਪੱਥਰ ਯੁੱਗ ਵਾਲੀ ਹੀ ਆ। ਉਹ ਸਮਾਂ ਜਦੋਂ ਵਾਤਾਵਰਣ ਵਿੱਚ ਤਬਦੀਲੀਆਂ ਆਉਣ ਲੱਗਦੀਆਂ ਹਨ, ਲਗਭਗ 12,000 ਸਾਲ ਪਹਿਲਾਂ ਸ਼ੁਰੂ ਹੋ ਕੇ ਲਗਭਗ 10,000 ਸਾਲ ਪਹਿਲਾਂ ਤੱਕ ਨੂੰ ਮੇਜ਼ੋਲਿਥਿਕ ਜਾਂ ਮੱਧ ਪੱਥਰ ਯੁੱਗ ਕਿਹਾ ਜਾਂਦਾ ਹੈ। ਆਹ ਲਾਈਨ ਹੈ ਜਿਹੜੀ, ਆਹ ਪਹਿਲਾਂ ਆਉਣੀ ਆ। ਦੇਖੋ, ਇੱਕ ਤਾਂ ਹੋ ਗਿਆ ਪੈਲੀਓਲਿਥਿਕ, ਪੁਰਾਣੇ ਵਾਲਾ, 2 ਲੱਖ ਸਾਲ ਤੋਂ ਲੈ ਕੇ 12,000 ਸਾਲ ਤੱਕ। ਠੀਕ। ਦੂਸਰਾ, ਇਹ 99% ਸਾਡੀ ਹਿਸਟਰੀ ਇਹੀ ਹੈ ਜੀ, ਪੈਲੀਓਲਿਥਿਕ ਦੀ। ਉਸ ਤੋਂ ਬਾਅਦ 12,000 ਤੋਂ ਲੈ ਕੇ 10,000 ਸਾਲ, ਇਹਨੂੰ ਕਹਿੰਦੇ ਜੀ ਮੀਜ਼ੋਲਿਥਿਕ, ਮੱਧ ਵਾਲਾ। ਤੇ ਫਿਰ 10,000 ਸਾਲ ਤੋਂ ਬਾਅਦ ਵਾਲਾ ਜਿਹੜਾ ਹੋ ਗਿਆ, ਉਹਨੂੰ ਕਹਿੰਦੇ ਜੀ ਨਿਓਲਿਥਿਕ। ਇਸ ਸਮੇਂ ਦੌਰਾਨ ਪਾਏ ਜਾਣ ਵਾਲੇ ਪੱਥਰ ਦੇ ਸੰਦ ਆਮ ਤੌਰ ਤੇ ਛੋਟੇ ਹੁੰਦੇ ਹਨ ਅਤੇ ਇਹਨਾਂ ਨੂੰ ਮਾਈਕਰੋਲਿਥ ਕਿਹਾ ਜਾਂਦਾ ਹੈ। ਇਹ ਇੰਪੋਰਟੈਂਟ ਪੁਆਇੰਟ ਹੋ ਗਿਆ ਕਿ ਪੈਲੀਓਲਿਥਿਕ ਤੋਂ ਬਾਅਦ ਜਿਹੜਾ ਮੀਜ਼ੋਲਿਥਿਕ ਟਾਈਮ ਆਇਆ ਨਾ, 12,000 ਤੋਂ ਲੈ ਕੇ 10,000 ਸਾਲ ਪਹਿਲਾਂ ਵਾਲਾ, ਉਸ ਵੇਲੇ ਮੇਨ ਚੇਂਜਸ ਕੀ ਹੋਈਆਂ ਕਿ ਇਹਨਾਂ ਦੇ ਔਜ਼ਾਰ ਹੁਣ ਛੋਟੇ ਹੋ ਗਏ। ਇਹਨਾਂ ਨੂੰ ਕਹਿੰਦੇ ਮਾਈਕਰੋਲਿਥ। ਅਸੀਂ ਪਹਿਲਾਂ ਪੜ੍ਹਿਆ ਕਿ ਮਾਈਕਰੋਲਿਥ ਦਾ ਕੀ ਇਸਤੇਮਾਲ ਹੋਵੇਗਾ। ਤਮਿਲਨਾਡੂ ਦੀ ਕਿਤਾਬ ਵਾਲੇ ਵਿੱਚ ਅਸੀਂ ਇਹ ਚੀਜ਼ਾਂ ਪੜ੍ਹੀਆਂ ਹੋਈਆਂ ਆ। ਮਾਈਕਰੋਲਿਥ ਬੇਸਿਕਲੀ ਤੁਸੀਂ ਕਹਿ ਲਓ ਕਿ ਜਿਸ ਤਰ੍ਹਾਂ ਕੋਈ ਕਿਸੇ ਡੰਡੇ ਅੱਗੇ ਤਿੱਖਾ ਨੁਕੀਲਾ ਪੱਥਰ ਲਾ ਕੇ ਉਹਦਾ ਤੀਰ ਬਣਾ ਲਿਆ, ਤਾਂ ਫਿਰ ਇਹ ਤੀਰ ਕਮਾਨ ਨਾਲ ਤੁਸੀਂ ਤਲਾਬ ਵਿੱਚ ਮਛਲੀ ਫੜ ਸਕਦੇ ਆ। ਛੋਟੇ ਜਾਨਵਰਾਂ ਦਾ ਸ਼ਿਕਾਰ ਸ਼ੁਰੂ ਹੋ ਗਿਆ ਹੁਣ ਪਹਿਲਾਂ ਵਾਂਗੂ ਉਹ ਵੱਡੇ ਜਾਨਵਰਾਂ ਦੇ ਪਿੱਛੇ ਨਹੀਂ ਇੰਨਾ ਭੱਜਦੇ ਸੀ। ਉਹ ਆਪਣੇ ਲੋਕਲ ਆਸ-ਪਾਸ ਵਿੱਚ ਜੋ ਛੋਟੇ ਜਾਨਵਰ ਸੀ ਉਹਨਾਂ ਦਾ ਵੀ ਸ਼ਿਕਾਰ ਕਰਨ ਲੱਗ ਗਏ ਸੀ। ਮਾਈਕਰੋਲਿਥ ਸੰਭਵ ਤੌਰ ਤੇ ਆਰੇ ਅਤੇ ਦਾਤਰੀ ਵਰਗੇ ਸੰਦ ਬਣਾਉਣ ਲਈ ਹੱਡੀਆਂ ਜਾਂ ਲੱਕੜ ਦੇ ਹੈਂਡਲਾਂ ਤੇ ਫਸਾਏ ਗਏ ਸਨ। ਛੋਟੇ ਪੱਥਰਾਂ ਤੇ ਔਜ਼ਾਰ ਬਣਾ ਲਏ, ਫਿਰ ਉਹਨਾਂ ਨੇ ਲੱਕੜ ਜਾਂ ਹੱਡੀਆਂ ਦੇ ਹੈਂਡਲ ਤੇ ਇਹ ਔਜ਼ਾਰ ਟੰਗ ਲਏ, ਬਰਛੇ ਬਣਾ ਲਏ, ਤੀਰ ਬਣਾ ਲਏ, ਆਰੇ ਵਾਂਗੂ, ਦਾਤੀ ਵਾਂਗੂ ਸੰਦ ਬਣਾ ਲਏ। ਮਾਈਕਰੋਲਿਥ ਸੰਦ, ਛੋਟੇ ਤਿੱਖੇ ਪੱਥਰ। ਠੀਕ ਹੈ ਜੀ। ਉਸੇ ਸਮੇਂ ਪੁਰਾਣੀਆਂ ਕਿਸਮਾਂ ਦੇ ਔਜ਼ਾਰਾਂ ਦੀ ਵਰਤੋਂ ਵੀ ਜਾਰੀ ਰਹੀ। ਹੁਣ ਇਹ ਨਹੀਂ ਕਿ ਪੁਰਾਣੇ ਜਿਹੜੇ ਔਜ਼ਾਰ ਸੀ ਉਹਨਾਂ ਦੀ ਵਰਤੋਂ ਛੱਡਤੀ, ਉਹ ਵੀ ਨਾਲ ਚੱਲਦੇ ਰਹੇ। ਅਗਲਾ ਪੜਾਅ ਜੋ ਲਗਭਗ 10,000 ਸਾਲ ਪਹਿਲਾਂ ਤੋਂ ਸ਼ੁਰੂ ਹੁੰਦਾ ਹੈ ਨੂੰ ਅਸੀਂ ਨਿਓਲਿਥਿਕ ਵਜੋਂ ਜਾਣਦੇ ਹਾਂ। ਅਗਲਾ ਪੜਾਅ ਕਿਹੜਾ ਆ ਗਿਆ ਟਾਈਮ ਪੀਰੀਅਡ? ਨਿਓਲਿਥਿਕ। ਹੁਣ ਜਿਹੜਾ ਸੋਚੋ ਕਿ ਤੁਹਾਡੇ ਖਿਆਲ ਵਿੱਚ ਨਿਓਲਿਥਿਕ ਸ਼ਬਦ ਦਾ ਕੀ ਅਰਥ ਹੈ? ਨਿਓ ਮਤਲਬ ਨਵਾਂ, ਮੀਜ਼ੋ ਤੋਂ ਬਾਅਦ ਨਵਾਂ ਪੱਥਰ ਯੁੱਗ। ਠੀਕ। ਹੁਣ ਕੁਛ ਆਪਾਂ ਪੜ੍ਹਦੇ ਹਾਂ ਜੀ ਘਰੇਲੂ
ਇਹਨੂੰ ਆਪਾਂ ਕਹਿੰਦੇ ਡੋਮੈਸਟੀਕੇਸ਼ਨ। ਡੋਮੈਸਟੀਕੇਸ਼ਨ ਕੀ ਹੁੰਦੀ ਹੈ ਜੀ? ਪਾਲਣਾ। ਅਸੀਂ ਪਹਿਲਾਂ ਪੜ੍ਹਿਆ ਥੋੜ੍ਹਾ ਜਿਹਾ ਕਿ ਇਨਸਾਨ ਨੇ ਜਾਨਵਰਾਂ ਨੂੰ ਪਾਲਣਾ ਸ਼ੁਰੂ ਕਰਤਾ, ਬਸ ਉਹਦੇ ਬਾਰੇ ਹੀ ਥੋੜ੍ਹੀ ਨੌਲੇਜ ਹੋ ਰਿਹਾ ਜੀ। ਡੋਮੈਸਟੀਕੇਸ਼ਨ ਕਿਹਨੂੰ ਕਹਿੰਦੇ? ਡੋਮੈਸਟੀਕੇਸ਼ਨ ਉਸ ਪ੍ਰਕਿਰਿਆ ਨੂੰ ਦਿੱਤਾ ਗਿਆ ਨਾਮ ਹੈ ਜਿਸ ਵਿੱਚ ਲੋਕ ਪੌਦੇ ਉਗਾਉਂਦੇ ਹਨ ਅਤੇ ਜਾਨਵਰਾਂ ਦੀ ਦੇਖਭਾਲ ਕਰਦੇ ਹਨ। ਹੁਣ ਅਸੀਂ ਕੀ ਕਰਦੇ ਹਾਂ ਜੀ? ਪੌਦੇ ਵੀ ਪੈਦਾ ਕਰਨ ਲੱਗ ਗਏ ਤੇ ਜਾਨਵਰਾਂ ਦੀ ਵੀ ਦੇਖਭਾਲ ਕਰਨ ਲੱਗ ਗਏ। ਅਸੀਂ ਹੁਣ ਪਾਲਣ ਲੱਗ ਗਏ, ਫਸਲਾਂ ਵੀ ਪਾਲਣ ਲੱਗ ਗਏ ਤੇ ਜਾਨਵਰ ਵੀ ਪਾਲਣ ਲੱਗ ਗਏ। ਬੇਸਿਕਲੀ ਡੋਮੈਸਟੀਕੇਸ਼ਨ ਦਾ ਮਤਲਬ ਇਹੀ ਆ, ਪਾਲਣਾ। ਅਕਸਰ ਪੌਦੇ ਅਤੇ ਜਾਨਵਰ ਜੋ ਕਿ ਲੋਕਾਂ ਦੁਆਰਾ ਸੰਭਾਲੇ ਗਏ ਸਨ, ਜੰਗਲੀ ਪੌਦਿਆਂ ਅਤੇ ਜਾਨਵਰਾਂ ਤੋਂ ਵੱਖਰੇ ਹੋ ਜਾਂਦੇ ਹਨ। ਜਿਹੜੇ ਅਨਾਜ ਅਸੀਂ ਸੰਭਾਲੇ, ਜਿਹੜੇ ਅਸੀਂ ਆਪਣੇ ਜਾਨਵਰ ਆਪਣੇ ਕੋਲ ਰੱਖੇ, ਅਸੀਂ ਉਹਨਾਂ ਦੀ ਜਿਹੜੀ ਬਰੀਡਸ ਆ ਉਹਨੂੰ ਸੰਭਾਲਣ ਲੱਗ ਜਾਂਦੇ ਹਾਂ ਫਿਰ, ਤੇ ਉਹਨਾਂ ਦੀ ਬਰੀਡ ਨੂੰ ਸੰਭਾਲਿਆ ਤਾਂ ਫਿਰ ਉਹਨਾਂ ਦੀ ਸੰਖਿਆ ਵੀ ਵਧਣ ਲੱਗ ਜਾਂਦੀ ਆ, ਤਾਂ ਇਹ ਜੰਗਲੀ ਫਸਲਾਂ ਤੇ ਜਾਨਵਰਾਂ ਨਾਲੋਂ ਵੀ ਅਲੱਗ ਹੋ ਜਾਂਦੇ ਆ ਡਿਊ ਕੋਰਸ ਆਫ ਟਾਈਮ। ਇਹ ਇਸ ਲਈ ਹੈ ਕਿਉਂਕਿ ਲੋਕ ਪਾਲਤੂ ਜਾਨਵਰਾਂ ਲਈ ਪੌਦਿਆਂ ਅਤੇ ਜਾਨਵਰਾਂ ਦੀ ਕੀ ਕਰਦੇ ਆ? ਚੋਣ ਕਰਦੇ ਆ। ਕਿਸ ਤਰ੍ਹਾਂ ਦੀ ਚੋਣ? ਕਿ ਇਹ ਜਿਹੜੀਆਂ ਪੌਦੇ ਆ ਉਹ ਸਾਡੇ ਲਈ ਜ਼ਹਿਰੀਲੇ ਨਾ ਹੋਣ, ਤਾਂ ਜਿਹੜੇ ਜਾਨਵਰ ਆ ਉਹ ਸਾਡੇ ਲਈ ਘਾਤਕ ਨਾ ਹੋਣ, ਸਾਡੇ ਤੇ ਅਟੈਕ ਵਗੈਰਾ ਨਾ ਕਰਦੇ ਹੋਣ। ਉਦਾਹਰਨ ਲਈ ਉਹ ਉਹਨਾਂ ਪੌਦਿਆਂ ਅਤੇ ਜਾਨਵਰਾਂ ਦੀ ਚੋਣ ਕਰਦੇ ਹਨ ਜੋ ਬਿਮਾਰੀਆਂ ਦਾ ਸ਼ਿਕਾਰ ਨਹੀਂ ਹੁੰਦੇ ਹਨ, ਜਿਨ੍ਹਾਂ ਨੂੰ ਬਿਮਾਰੀਆਂ ਨਹੀਂ ਲੱਗਦੀਆਂ, ਤਾਕਤਵਰ ਆ, ਠੀਕ, ਜਿਨ੍ਹਾਂ ਦੀ ਗਰੋਥ ਵਧੀਆ ਹੁੰਦੀ ਆ, ਸਾਡੇ ਫਾਇਦੇ ਲਈ ਆ, ਉਹਨਾਂ ਦੀ ਚੋਣ ਕਰ ਲੈਂਦੇ ਸੀ ਜੀ। ਉਹ ਅਜਿਹੇ ਪੌਦੇ ਵੀ ਚੁਣਦੇ ਹਨ ਜੋ ਵੱਡੇ ਆਕਾਰ ਦੇ ਅਨਾਜ ਪੈਦਾ ਕਰਦੇ ਹਨ ਅਤੇ ਪੱਕੇ ਹੋਏ ਅਨਾਜ ਦਾ ਭਾਰ ਝੱਲਣ ਦੇ ਸਮਰੱਥ ਹੁੰਦੇ ਹਨ। ਚੰਗੀ ਵੈਰਾਈਟੀਆਂ ਵਾਲੇ ਪੌਦੇ ਵੀ ਅਸੀਂ ਚੂਜ਼ ਕਰ ਲੈਂਦੇ ਹਾਂ। ਚੁਣੇ ਹੋਏ ਪੌਦਿਆਂ ਦੇ ਬੀਜਾਂ ਨੂੰ ਸੁਰੱਖਿਅਤ ਰੱਖਿਆ ਜਾਂਦਾ ਹੈ ਅਤੇ ਇਹ ਯਕੀਨੀ ਬਣਾਉਣ ਲਈ ਬੀਜਿਆ ਜਾਂਦਾ ਹੈ ਕਿ ਨਵੇਂ ਪੌਦਿਆਂ ਦੇ ਵਿੱਚ ਕੀ ਆ, ਜਿਹੜੇ ਸਾਡੇ ਸਾਂਭੇ ਹੋਏ ਬੀਜ ਆ ਉਹੀ ਉਗਣ। ਤਾਂ ਜਦੋਂ ਕਿਉਂਕਿ ਦੂਸਰੇ ਜਿਹੜੇ ਉਗ ਗਏ ਆਪਣੇ ਆਪ, ਉਹਨੂੰ ਪੱਟ ਦਿੱਤਾ ਜਾਂਦਾ ਆ, ਜਿਹਨੂੰ ਅਸੀਂ ਕਹਿੰਦੇ ਗੋਡੀ ਕਰਨਾ। ਤਾਂ ਜਿਹੜੇ ਸਾਡੇ ਆਪਣੇ ਦੁਆਰਾ ਬੀਜੇ ਗਏ ਆ, ਸਾਡੇ ਫਾਇਦੇ ਵਾਲੇ ਬੀਜ, ਉਹਨਾਂ ਦੀ ਹੀ ਸੰਭਾਲ ਕੀਤੀ ਜਾਂਦੀ ਆ। ਜਾਨਵਰਾਂ ਵਿੱਚੋਂ ਵੀ ਜਿਹੜੇ ਮੁਕਾਬਲਤਨ ਕੋਮਲ ਹੁੰਦੇ ਹਨ, ਉਹਨਾਂ ਨੂੰ ਪ੍ਰਜਨਨ ਲਈ ਚੁਣਿਆ ਜਾਂਦਾ ਹੈ, ਉਹਨਾਂ ਦੀ ਹੀ ਬਰੀਡਿੰਗ ਕਰਾਈ ਜਾਂਦੀ ਹੈ, ਉਹਨਾਂ ਤੋਂ ਹੀ ਅੱਗੇ ਬੱਚੇ ਪੈਦਾ ਕਰਵਾਏ ਜਾਂਦੇ ਹਨ। ਨਤੀਜੇ ਵਜੋਂ ਹੌਲੀ ਹੌਲੀ ਪਾਲਤੂ ਜਾਨਵਰ ਅਤੇ ਪੌਦੇ ਜੰਗਲੀ ਜਾਨਵਰਾਂ ਅਤੇ ਪੌਦਿਆਂ ਤੋਂ ਵੱਖਰੇ ਹੋ ਜਾਂਦੇ ਹਨ। ਠੀਕ ਹੈ ਜੀ। ਉਦਾਹਰਨ ਲਈ ਜੰਗਲੀ ਜਾਨਵਰਾਂ ਦੇ ਦੰਦ ਅਤੇ ਸਿੰਗ ਆਮ ਤੌਰ ਤੇ ਪਾਲਤੂ ਜਾਨਵਰਾਂ ਨਾਲੋਂ ਬਹੁਤ ਵੱਡੇ ਹੁੰਦੇ ਹਨ। ਜਰਾ ਸੋਚੋ ਕਿਉਂ? ਕਿਉਂਕਿ ਜੰਗਲੀ ਜਾਨਵਰਾਂ ਨੇ ਸ਼ਿਕਾਰ ਕਰਨਾ ਹੁੰਦਾ ਆ, ਉਹ ਅਟੈਕ ਕਰਦੇ ਆ ਦੂਸਰੇ ਜਾਨਵਰਾਂ ਤੇ ਉਹਨਾਂ ਦੇ ਦੰਦ ਸਿੰਗ ਵੱਡੇ ਹੁੰਦੇ ਆ ਤਾਂ ਕਿ ਦੂਸਰੇ ਜਾਨਵਰ ਨੂੰ ਮਾਰ ਸਕਣ। ਤੁਹਾਡੇ ਖਿਆਲ ਵਿੱਚ ਕਿਹੜਾ ਛੱਡੋ ਇਹਨੂੰ। ਘਰੇਲੂ ਬਣਾਉਣਾ ਇੱਕ ਹੌਲੀ ਹੌਲੀ ਪ੍ਰਕਿਰਿਆ ਸੀ ਜੋ ਦੁਨੀਆ ਦੇ ਕਈ ਹਿੱਸਿਆਂ ਵਿੱਚ ਵਾਪਰੀ ਸੀ। ਇਹ ਇੰਨਾ ਜਲਦੀ ਨਹੀਂ ਹੁੰਦਾ, ਹੌਲੀ ਹੌਲੀ ਡੋਮੈਸਟੀਕੇਸ਼ਨ ਹੁੰਦੀ ਹੈ। ਇਹ ਲਗਭਗ 12,000 ਸਾਲ ਪਹਿਲਾਂ ਸ਼ੁਰੂ ਹੋਇਆ ਸੀ ਕਿ ਡੋਮੈਸਟੀਕੇਸ਼ਨ ਵਾਲਾ ਕੰਮ। ਪਾਲਤੂ ਹੋਣ ਵਾਲੇ ਸਭ ਤੋਂ ਪੁਰਾਣੇ ਪੌਦਿਆਂ ਵਿੱਚੋਂ ਕੁਝ ਸਨ। ਕਿਹੜੇ? ਕਣਕ ਅਤੇ ਜੌਂ। ਕਣਕ ਤੇ ਜੌਂ ਇਹ ਬਹੁਤ ਪੁਰਾਣੀਆਂ ਫਸਲਾਂ ਆ, ਜਿਨ੍ਹਾਂ ਨੂੰ ਸਭ ਤੋਂ ਪਹਿਲਾਂ ਅਸੀਂ ਸਿਲੈਕਟ ਕੀਤਾ ਕੁਦਰਤ ਵਿੱਚੋਂ ਤੇ ਪਾਲਤੂ ਬਣਾਇਆ। ਸਭ ਤੋਂ ਪੁਰਾਣੇ ਪਾਲਤੂ ਜਾਨਵਰਾਂ ਵਿੱਚ ਭੇਡਾਂ ਅਤੇ ਬੱਕਰੀਆਂ ਸ਼ਾਮਲ ਹਨ। ਜਾਨਵਰਾਂ ਦੀ ਗੱਲ ਕਰੀਏ ਤਾਂ ਭੇਡ ਤੇ ਬੱਕਰੀ। ਫਸਲਾਂ ਦੀ ਗੱਲ ਕਰੀਏ ਤਾਂ ਕਣਕ ਤੇ ਜੌਂ, ਜਿਨ੍ਹਾਂ ਨੂੰ ਅਸੀਂ ਪਾਲਤੂ ਬਣਾਇਆ। ਠੀਕ ਹੈ ਜੀ। ਤੇ ਅੱਜ ਲਈ ਇੰਨਾ ਹੀ ਰਹਿਣ ਦਿੰਦੇ ਹਾਂ, ਬਾਕੀ ਨੈਕਸਟ ਕਲਾਸ ਵਿੱਚ ਕਰਦੇ ਹਾਂ। ਸ਼ੁਕਰੀਆ, ਸਤਿ ਸ਼੍ਰੀ ਅਕਾਲ।